हाँ जी, सत श्री अकाल जी। ਅੱਜ ਗੱਲ ਕਰਾਂਗੇ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣਿਆ ਪਿਆ ਹੈ ਕਰੋਨਾ ਤੋਂ ਬਾਅਦ 'ਚ, ਅਤੇ ਉਹ ਹੈਗਾ ਏ ਇਜ਼ਰਾਈਲ ਅਤੇ ਫਿਲਿਸਤੀਨ ਦੀ ਲੜਾਈ ਦਾ। ਜਿਹੜੀ ਅੱਜ ਕੱਲ੍ਹ ਇਹਨਾਂ 'ਚ ਬਹੁਤ ਲੜਾਈ ਹੋ ਰਹੀ ਆ। ਇਹ ਅੱਜ ਕੱਲ੍ਹ ਤਾਂ ਨਹੀਂ, ਲੜਾਈ ਤਾਂ ਇਹਨਾਂ ਦੀ ਬੜੇ ਟਾਈਮ ਤੋਂ ਹੁੰਦੀ ਆ ਰਹੀ ਹੈ। ਜਦੋਂ ਤੋਂ ਇਜ਼ਰਾਈਲ ਬਣਿਆ ਫਿਲਿਸਤੀਨ ਦੀ ਧਰਤੀ 'ਤੇ ਉਦੋਂ ਤੋਂ ਹੀ ਹੁੰਦੀ ਆ ਰਹੀ ਹੈ। ਪਰ ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਤਣਾਅ ਵਧਿਆ ਪਿਆ ਆ ਦੋਵਾਂ ਦੇਸ਼ਾਂ ਦੇ ਵਿੱਚ। ਅਤੇ ਅੱਜ ਗੱਲ ਕਰਾਂਗੇ ਕਿ ਇਹਦੇ ਪਿੱਛੇ ਵਜ੍ਹਾ ਕੀ ਆ, ਕਿਉਂ ਇੰਨਾ ਉੱਥੇ ਸਥਿਤੀ ਜਿਹੜੀ ਤਣਾਅਪੂਰਨ ਆ, ਕੀ ਗੱਲ ਹੋ ਰਹੀ ਆ, ਆਪਸ ਦੇ ਵਿੱਚ ਇਹਨਾਂ ਦਾ ਝਗੜਾ ਕੀ ਆ, ਅਤੇ ਉੱਥੇ ਹੁਣ ਕੀ ਕੁਝ ਚੱਲ ਰਿਹਾ। ਜਿਹੜਾ ਝਗੜਾ ਹੈਗਾ ਆ ਉਹ ਜ਼ਮੀਨ ਨੂੰ ਲੈ ਕੇ ਆ, ਜ਼ਮੀਨ ਦੀ ਵੰਡ ਨੂੰ ਲੈ ਕੇ ਆ। ਇੱਕ ਦੇਸ਼ ਆਪਣੀ ਹੋਂਦ ਬਚਾ ਰਿਹਾ ਆ, ਇੱਕ ਦੇਸ਼ ਆਪਣੀ ਜ਼ਮੀਨ ਨੂੰ ਹੋਰ ਵਧਾ ਰਿਹਾ ਆ। ਅਸਲ 'ਚ ਸਾਰਿਆਂ ਦੇ ਪਿੱਛੇ ਹੈਗੇ ਆ ਆਹ ਵਾਲੇ ਬੀਬੀ ਜੀ, ਇਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ, ਯਾਨੀ ਕਿ ਇੰਗਲੈਂਡ, ਜਿਹਨੇ ਕਈ ਦੇਸ਼ ਵੰਡੇ। ਕਈ ਦੇਸ਼ਾਂ ਦੇ ਵਿੱਚ ਇਹੋ ਜਿਹੇ ਮੁੱਦੇ ਖੜ੍ਹੇ ਕਰਕੇ ਆਪ ਉੱਥੋਂ ਇਹ ਚੱਲ ਗਏ ਜਿੱਥੇ ਇੱਥੇ ਇਹਨਾਂ ਨੇ ਰਾਜ ਕੀਤਾ, ਕਿ ਜਿਹੜੇ ਸਾਰੀ ਉਮਰ ਹੀ ਨਹੀਂ ਮੁੱਕ ਸਕਦੇ, ਜਿਹਦੀ ਵਜ੍ਹਾ ਦੇ ਨਾਲ ਅੱਜ ਫਿਲਿਸਤੀਨ ਦੇ ਵਿੱਚ ਐਸੇ ਹਾਲਾਤ ਬਣੇ ਪਏ ਆ ਕਿ ਇਜ਼ਰਾਈਲ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਹਾ, ਜਿਨ੍ਹਾਂ ਦੇ ਵਿੱਚ ਫਿਲਿਸਤੀਨ ਦਾ ਬਹੁਤ ਨੁਕਸਾਨ ਹੋ ਰਿਹਾ, ਆਮ ਲੋਕਾਂ ਦਾ ਨੁਕਸਾਨ ਹੋ ਰਿਹਾ। ਉੱਧਰੋਂ ਫਿਲਿਸਤੀਨ ਦੇ ਜਿਹੜਾ ਇੱਕ ਸੰਗਠਨ ਆ ਹਮਾਸ, ਉਹਦੇ ਬਾਰੇ ਬਾਅਦ 'ਚ ਗੱਲ ਕਰਦੇ ਹਾਂ। ਉਹ ਵੀ ਇਜ਼ਰਾਈਲ 'ਤੇ ਹਮਲੇ ਕਰ ਰਿਹਾ। ਬੇਸ਼ੱਕ ਇਜ਼ਰਾਈਲ ਨੂੰ ਉਹਦਾ ਬਹੁਤਾ ਫਰਕ ਨਹੀਂ ਪੈ ਰਿਹਾ, ਕਿਉਂਕਿ ਉਹਨਾਂ ਦੇ ਕੋਲ, ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਡਿਫੈਂਸ ਸਿਸਟਮ ਆ, ਆਇਰਨ ਡੋਮ ਜਿਹੜੀ ਉਹਨੂੰ ਕਹਿ ਦਿੰਦੇ ਆ, ਉਹ ਬਹੁਤ ਮਜ਼ਬੂਤ ਸਿਸਟਮ ਹੈ, ਡਿਫੈਂਸ ਸਿਸਟਮ, ਜਿਹਦੇ ਕਰਕੇ ਜਿਹੜੇ ਫਿਲਿਸਤੀਨ ਦੇ ਉਸ ਸੰਗਠਨ ਦੁਆਰਾ ਜਿਹੜੇ ਕੀਤੇ ਜਾਂਦੇ ਉਹਨਾਂ ਦੇ ਹਮਲੇ ਆ, ਉਹ ਜ਼ਿਆਦਾ ਨਾਕਾਮਯਾਬ ਹੀ ਰਹਿ ਰਹੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦਿਖਾ ਦੇਵਾਂ ਕਿ ਜਿੰਨਾ ਗ੍ਰੀਨ ਵਾਲਾ ਹਿੱਸਾ ਹੈ ਇਸ ਟਾਈਮ, ਜਿਹੜਾ ਜਿਹਨੂੰ ਆਪਾਂ ਹੋਣ ਵਾਲਾ ਨਕਸ਼ਾ ਕਹਿ ਦਿੰਦੇ ਹਾਂ ਇਜ਼ਰਾਈਲ ਦਾ, ਜਿੰਨਾ ਗ੍ਰੀਨ ਵਾਲਾ ਆ ਇਹ ਸਾਰਾ ਇਜ਼ਰਾਈਲ ਆ। ਹਾਲਾਂਕਿ ਇਸ ਹਿੱਸੇ ਦੇ ਵਿੱਚ ਵੀ ਇਜ਼ਰਾਈਲ ਦਾ ਕੁਛ ਹਿੱਸਾ ਹੈਗਾ ਆ, ਬਟ ਇਹਨੂੰ ਚਲੋ ਵੈਸਟ ਬੈਂਕ ਕਹਿ ਦਿੱਤਾ ਜਾਂਦਾ ਹੈ, ਜਿਸ 'ਚ ਫਿਲਿਸਤੀਨ ਜ਼ਿਆਦਾ ਵੱਸਦਾ। ਅਤੇ ਜਿਹੜਾ ਆਹ ਵਾਲਾ ਹਿੱਸਾ ਆ, ਇਹਨੂੰ ਕਹਿੰਦੇ ਆ ਗਾਜ਼ਾ ਪੱਟੀ। ਇਹ ਸਿਰਫ ਇੱਕ ਸੰਗਠਨ, ਜਿਹਨੂੰ ਹਮਾਸ ਅੱਤਵਾਦੀ ਸੰਗਠਨ ਕਿਹਾ ਜਾਂਦਾ ਇਜ਼ਰਾਈਲ ਦੁਆਰਾ, ਸਾਰੀ ਦੁਨੀਆ ਨਹੀਂ ਮੰਨਦੀ, ਕੁਝ ਦੇਸ਼ ਮੰਨਦੇ ਆ ਇਹਨੂੰ ਅੱਤਵਾਦੀ ਸੰਗਠਨ, ਕੁਝ ਨਹੀਂ ਮੰਨਦੇ, ਉਹਦਾ ਇੱਥੇ ਕਬਜ਼ਾ ਆ, ਜਿੱਥੋਂ ਕਿ ਇਸ ਟਾਈਮ ਇਜ਼ਰਾਈਲ 'ਤੇ ਹਮਲੇ ਹੋ ਰਹੇ ਆ। ਇਹ ਆ ਜੀ ਜੋ ਕੁਛ ਅੰਗਰੇਜ਼ਾਂ ਨੇ ਕੀਤਾ ਸੀਗਾ। ਜਿਹੜਾ ਤੁਸੀਂ 100% ਹਿੱਸਾ ਦੇਖਦੇ ਪਏ 1947 ਤੋਂ ਪਹਿਲਾਂ ਦਾ ਆ, ਲਗਭਗ ਇੰਡੀਆ ਦੀ ਆਜ਼ਾਦੀ ਤੋਂ ਥੋੜ੍ਹਾ ਟਾਈਮ ਬਾਅਦ ਹੀ ਇਜ਼ਰਾਈਲ ਜਿਹੜਾ ਫਿਲਿਸਤੀਨ ਦੀ ਧਰਤੀ 'ਤੇ ਬਣਿਆ ਸੀਗਾ। ਆਹ 100% ਹਿੱਸਾ ਇਹ ਸਾਰਾ ਫਿਲਿਸਤੀਨ ਦੇਸ਼ ਹੁੰਦਾ ਸੀਗਾ। ਉਸ ਤੋਂ ਬਾਅਦ ਜਦੋਂ ਉੱਥੋਂ ਅੰਗਰੇਜ਼ ਗਏ, ਜਿਹੜਾ 44% ਹਿੱਸਾ ਸੀਗਾ ਉਹ ਦਿੱਤਾ ਇਜ਼ਰਾਈਲ ਨੂੰ, ਅਤੇ 48% ਫਿਲਿਸਤੀਨ ਨੂੰ, ਅਤੇ 8% ਹਿੱਸਾ ਜਿਹੜਾ ਕਿ ਵਸਦਾ ਹੈ ਜੈਰੂਸਲਮ। ਆਹ ਤੁਸੀਂ ਵਿੱਚ ਜੋ ਦੇਖ ਰਹੇ ਹੋ ਇਹ ਜੈਰੂਸਲਮ, ਇੱਥੇ UN ਨੇ ਆਪਣਾ ਕਬਜ਼ਾ ਰੱਖ ਲਿਆ ਸੀਗਾ। UN ਦਾ ਤੁਹਾਨੂੰ ਪਤਾ ਹੀ ਆ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਉੱਥੇ ਕਿਉਂ ਉਹਨਾਂ ਨੇ ਰੱਖ ਲਿਆ ਸੀ, ਕਿਉਂਕਿ ਜਿਹੜਾ ਜੈਰੂਸਲਮ ਹੈ ਇਹਦਾ ਬਹੁਤ ਵੱਡਾ ਮੁੱਦਾ ਹੈ, ਅਤੇ ਹਰ ਕੋਈ ਕਬਜ਼ਾ ਕਰਨਾ ਚਾਹੁੰਦਾ ਹੈ ਆਪਣਾ। ਹਰੇਕ ਉਹ 3 ਧਰਮ, ਜਿੱਦਾਂ ਮੁਸਲਮਾਨ, ਈਸਾਈ ਅਤੇ ਫਿਰ ਯਹੂਦੀ ਲੋਕ, ਇਹ ਤਿੰਨੇ ਇਹਨੂੰ ਬੜੀ ਪਵਿੱਤਰ ਧਰਤੀ ਮੰਨਦੇ ਆ ਇਸ ਹਿੱਸੇ ਨੂੰ। ਈਸਾਈਆਂ ਦੁਆਰਾ ਇਹਨੂੰ ਈਸਾ ਮਸੀਹ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਫਿਰ ਮੁਸਲਮਾਨਾਂ ਦੁਆਰਾ ਇੱਥੇ ਇੱਕ ਅਲ-ਅਕਸਾ ਮਸਜਿਦ ਆ, ਜਿਹੜੀ ਕਿ ਮੱਕੇ ਅਤੇ ਮਦੀਨੇ ਤੋਂ ਬਾਅਦ ਸਭ ਤੋਂ ਪਵਿੱਤਰ ਮਸਜਿਦ ਮੰਨੀ ਜਾਂਦੀ ਹੈ ਮੁਸਲਮਾਨ ਧਰਮ ਦੇ ਵਿੱਚ। ਅਤੇ ਸਾਰੇ ਯਾਨੀ ਕਿ ਇੱਥੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ ਇਸ ਜਗ੍ਹਾ ਦੇ ਉੱਤੇ। ਇਹਨੂੰ UN ਨੇ ਆਪਣੇ ਅੰਡਰ ਰੱਖ ਲਿਆ ਸੀਗਾ।
ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਦੇ ਵਿੱਚ ਕਈ ਝਗੜੇ ਹੋਏ, ਕਈ ਜੰਗਾਂ ਹੋਈਆਂ। 1948 'ਚ, 56 'ਚ, 67 'ਚ ਕਰਦਿਆਂ ਉਸ ਤੋਂ ਬਾਅਦ ਆਹ ਵਾਲਾ ਸਿਰਫ ਜੋ ਹਿੱਸਾ ਆ ਹਰੇ ਰੰਗ ਵਾਲਾ, ਜਿਹਨੂੰ ਵੈਸਟ ਬੈਂਕ ਕਹਿ ਦਿੱਤਾ ਜਾਂਦਾ ਆ, ਇਹ ਫਿਲਿਸਤੀਨ ਦੇ ਕੋਲ ਰਹਿ ਗਿਆ। ਅਤੇ ਇੱਕ ਆ ਗਾਜ਼ਾ ਪੱਟੀ ਜਿਹੜੀ ਹੈ, ਇੱਥੇ ਹਮਾਸ ਅੱਤਵਾਦੀ ਸੰਗਠਨ ਦਾ, ਜਿਹਨੂੰ ਅੱਤਵਾਦੀ ਸੰਗਠਨ ਇਜ਼ਰਾਈਲ ਦੁਆਰਾ ਕਹਿ ਦਿੱਤਾ ਜਾਂਦਾ ਆ, ਉਹਦਾ ਕਬਜ਼ਾ ਇੱਥੇ। ਯਾਨੀ ਕਿ ਇੱਧਰ ਨਹੀਂ ਇਜ਼ਰਾਈਲ ਕੋਲੋਂ ਵਧਿਆ ਗਿਆ ਬਾਅਦ 'ਚ, ਯਾਨੀ ਕਿ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਆ ਇਹ ਵੀ ਬਹੁਤ ਲੰਬੀ ਸੀਗੀ ਗਾਜ਼ਾ ਪੱਟੀ। ਉਸ ਤੋਂ ਬਾਅਦ ਇੰਨੀ ਕੁ ਰਹਿ ਗਈ ਉੱਥੇ, ਫਿਰ ਉਹਨਾਂ ਨੇ ਆਪਣਾ ਪੱਕਾ ਹੀ ਕਬਜ਼ਾ ਕਰ ਲਿਆ ਕਿ ਇੱਧਰ ਨੂੰ ਨਹੀਂ ਇਹਨਾਂ ਨੂੰ ਵਧਣ ਦੇਣਾ ਕਦੀ ਇਜ਼ਰਾਈਲ ਨੂੰ। ਪਰ ਜਿਹੜਾ ਵੈਸਟ ਬੈਂਕ ਵਾਲਾ ਹਿੱਸਾ ਸੀਗਾ ਉਹ ਤੁਸੀਂ ਦੇਖ ਸਕਦੇ ਆ, ਉਹ ਜਿਹੜਾ ਨਕਸ਼ਾ ਦਿਖਦਾ ਪਿਆ ਵਿੱਚ ਚਿੱਟਾ ਰੰਗ ਦਿਖਦਾ ਪਿਆ, ਗਰੀਨ ਰੰਗ ਦਿਖਦਾ ਪਿਆ, ਹਰੇ ਰੰਗ ਦੇ ਵਿੱਚ ਫਿਲਿਸਤੀਨ, ਅਤੇ ਜਿਹੜਾ ਸਫੇਦ ਰੰਗ ਚਿੱਟਾ ਰੰਗ ਆ ਇੱਥੋਂ ਤੱਕ ਫਿਰ ਆ ਗਿਆ, ਵੜ ਗਿਆ ਇਜ਼ਰਾਈਲ। ਅਤੇ ਜਿਹੜੀ ਗਾਜ਼ਾ ਪੱਟੀ ਸੀਗੀ ਉਹ ਇੰਨੀ ਰਹਿ ਗਈ। ਜਿਹੜੇ ਲੋਕ ਹਰੇ ਰੰਗ ਵਾਲੇ ਹਿੱਸੇ 'ਚ ਰਹਿੰਦੇ ਆ, ਜਿਹੜੇ ਫਿਲਿਸਤੀਨੀ, ਉਹ ਪ੍ਰਦਰਸ਼ਨ ਕਰਦੇ ਆ ਵੀ ਇਜ਼ਰਾਈਲ ਦੇ ਵਿਰੁੱਧ, ਪਰ ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕਰਦੇ ਆ। ਬਟ ਜਿਹੜੀ ਆ ਗਾਜ਼ਾ ਪੱਟੀ ਆ ਜਿੱਥੇ ਹਮਾਸ ਦਾ ਕਬਜ਼ਾ ਆ, ਇਹ ਇੱਧਰੋਂ ਆਪਣੇ ਰੌਕਟ ਵਗੈਰਾ ਜੋ ਛੱਡਦੇ ਆ, ਜੋ ਤੁਸੀਂ ਵੀਡੀਓ ਵਗੈਰਾ ਦੇ ਵਿੱਚ ਦੇਖਿਆ ਹੋਣਾ ਅੱਜ ਕੱਲ੍ਹ, ਜੋ ਕੁਛ ਵੀ ਹੁੰਦਾ ਆ ਉਹ ਉੱਥੋਂ ਛੱਡਿਆ ਜਾਂਦਾ ਆ। ਜਿਹੜਾ ਫਿਲਿਸਤੀਨ ਵੈਸਟ ਬੈਂਕ ਵਾਲੇ ਹਿੱਸੇ ਦੇ ਵਿੱਚ ਆ, ਉੱਥੋਂ ਸਿਰਫ ਪ੍ਰਦਰਸ਼ਨ ਕੀਤੇ ਜਾਂਦੇ, ਸ਼ਾਂਤੀ ਪ੍ਰਦਰਸ਼ਨ ਕੀਤੇ ਜਾਂਦੇ, ਜਾਂ ਜ਼ਿਆਦਾ ਤੋਂ ਜ਼ਿਆਦਾ ਕੋਈ ਜਿੱਦਾਂ ਪੱਥਰ ਵਗੈਰਾ ਮਾਰ ਦਿੰਦੇ ਆ ਉੱਧਰ, ਉਹਨਾਂ ਨੂੰ ਅੱਗਿਓਂ ਗੋਲੀਆਂ ਮਾਰ ਦਿੰਦੇ ਆ, ਇਹੋ ਜਿਹਾ ਬਸ ਮਾਹੌਲ ਹੁੰਦਾ ਆ। ਹੋਰ ਕੁਛ ਜ਼ਿਆਦਾ ਉਹਨਾਂ ਦੇ ਕੋਲ ਪਾਵਰ ਹੈ ਨਹੀਂ ਗੀ, ਕਿਉਂਕਿ ਇਜ਼ਰਾਈਲ ਨੇ ਫਿਲਿਸਤੀਨ ਨੂੰ ਆਪਣੀ ਫੌਜ ਨਹੀਂ ਬਣਾਉਣ ਦਿੱਤੀ। ਫਿਲਿਸਤੀਨ ਦੇ ਕੋਲ ਆਪਣੀ ਫੌਜ ਕੋਈ ਨਹੀਂ ਗੀ। ਫਿਲਿਸਤੀਨ ਦੀ ਫੌਜ ਉਹੀ ਆ ਹਮਾਸ, ਅਤੇ ਉਹਨੂੰ ਉਹ ਅੱਤਵਾਦੀ ਮੰਨਦੇ ਆ। ਹੁਣ ਜਿਹੜੀ ਗੱਲ ਸ਼ੁਰੂ ਹੋਈ ਸੀ ਉਹ ਹੋਈ ਸੀਗੀ ਇੱਕ ਸ਼ਾਹਜਰਾ ਜ਼ਮੀਨ ਆ, ਸ਼ਾਹਜਹਰਾ ਮਤਲਬ ਕਿ ਜਗ੍ਹਾ ਆ, ਜਿਹੜੀ ਅਰਬ ਕੰਟਰੀਆਂ ਨੇ ਬਹੁਤ ਸਾਲ ਪਹਿਲਾਂ, ਲਗਭਗ 100 ਤੋਂ 150 ਸਾਲ ਪਹਿਲਾਂ ਇਜ਼ਰਾਈਲੀਆਂ ਨੂੰ ਵੇਚੀ ਸੀ। ਇਜ਼ਰਾਈਲੀਆਂ ਨੂੰ ਨਹੀਂ, ਯਹੂਦੀ ਲੋਕਾਂ ਨੂੰ ਵੇਚੀ ਸੀ, ਕਿਉਂਕਿ ਉਦੋਂ ਇਜ਼ਰਾਈਲ ਤਾਂ ਹੁੰਦਾ ਹੀ ਨਹੀਂ ਸੀਗਾ, ਉਹਨਾਂ ਨੂੰ ਵੇਚੀ ਸੀਗੀ। ਉੱਤੇ ਹੁਣ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਆਇਆ ਸੀਗਾ ਕਿ ਇਹਦੇ ਉੱਤੇ ਹੁਣ ਇਜ਼ਰਾਈਲ ਦਾ ਹੱਕ ਆ, ਤਾਂ ਕਰਕੇ ਉਹਨਾਂ ਨੇ ਇਹ ਜਗ੍ਹਾ ਖਾਲੀ ਕਰਾਉਣੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਕੁਛ ਦਿਨ ਪਹਿਲਾਂ ਜਿਹੜੀ ਇਹਨਾਂ ਦੀ ਲਾਸਟ ਮੁਸਲਮਾਨਾਂ ਦੇ ਵਿੱਚ ਬੜਾ ਪਵਿੱਤਰ ਤਿਉਹਾਰ ਹੁੰਦਾ ਈਦ, ਉਦੋਂ ਜਦੋਂ ਜੁੰਮੇ ਦੀ ਨਮਾਜ਼ ਸੀਗੀ, ਉਦੋਂ ਲੋਕ ਜਿਹੜੇ ਮਸਜਿਦ ਦੇ ਅੰਦਰ ਇਕੱਠੇ ਹੋਏ ਸੀਗੇ, ਅਤੇ ਇੱਧਰ ਇਹ ਸ਼ਾਹਜਰਾ ਨੂੰ ਖਾਲੀ ਕਰਵਾ ਰਹੇ ਸੀਗੇ ਇਜ਼ਰਾਈਲੀ ਫੌਜਾਂ ਆਪਣੀਆਂ ਦੇ ਨਾਲ। ਇਹਨਾਂ ਨੇ ਆਲੇ ਦੁਆਲੇ ਉੱਥੇ ਆਪਣੀ ਫੌਜ ਲਾਈ ਸੀ, ਇਹਨਾਂ ਨੂੰ ਡਰ ਸੀਗਾ ਕਿ ਇੱਧਰੋਂ ਆ ਕੇ ਆਪਣੇ ਪ੍ਰਦਰਸ਼ਨ ਵਗੈਰਾ ਕਰਨਗੇ, ਜਾਂ ਪੱਥਰਬਾਜ਼ੀ ਕਰਨਗੇ, ਜਾਂ ਵਿਰੋਧ ਕਰਨਗੇ। ਉਸੇ ਚੱਕਰ ਦੇ ਵਿੱਚ ਉਹ ਵਿਰੋਧ ਹੋਇਆ ਵੀ, ਆਪਸ ਦੇ ਵਿੱਚ ਭਿੜੇ ਵੀ। ਜਿਹੜੇ ਇਜ਼ਰਾਈਲੀ ਫੌਜੀ ਸੀ ਉਹ ਮਸਜਿਦ ਦੇ ਅੰਦਰ ਵੀ ਗਏ, ਜਿਹਦਾ ਯਾਨੀ ਕਿ ਨਿਖੇਧੀ ਕੀਤੀ ਗਈ, ਸਖਤ ਤੋਂ ਸਖਤ ਨਿਖੇਧੀ ਕੀਤੀ ਗਈ। ਉਸ ਤੋਂ ਬਾਅਦ ਉੱਧਰੋਂ ਹਮਾਸ ਨੇ ਜਿਹੜੀ ਗਾਜ਼ਾ ਪੱਟੀ ਆ, ਉੱਧਰੋਂ ਉਹਨਾਂ ਨੇ ਆਪਣਾ ਬਿਆਨ ਵੀ ਜਾਰੀ ਕੀਤਾ ਵੀ ਇੱਦਾਂ ਨਾ ਕਰੋ, ਨਹੀਂ ਤਾਂ ਅਸੀਂ ਹਮਲਾ ਕਰਾਂਗੇ। ਪਰ ਇਜ਼ਰਾਈਲ ਹਮਾਸ ਤੋਂ ਤਾਂ ਡਰਨ ਵਾਲਾ ਹੈ ਨਹੀਂ, ਕਿਉਂਕਿ ਬਹੁਤ ਤਗੜੀ ਪਾਵਰ ਹੈ ਇਸ ਟਾਈਮ ਇਜ਼ਰਾਈਲ। ਫਿਰ ਹਮਾਸ ਨੇ ਉਹ ਹਮਲੇ ਕੀਤੇ, ਉੱਧਰੋਂ ਆਪਣੇ ਰੌਕਟ ਛੱਡੇ, ਅਤੇ ਉਹਨਾਂ ਦੀ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਨੇ ਉਹਨਾਂ 'ਤੇ ਹਮਲਾ ਕੀਤਾ। ਗੱਲ ਇਹ ਆ ਕਿ ਇਜ਼ਰਾਈਲ ਨੇ ਤਾਂ, ਇਜ਼ਰਾਈਲ ਦੇ ਕੋਲ ਪਾਵਰ ਬਹੁਤ ਜ਼ਿਆਦਾ ਹੈ ਇਸ ਟਾਈਮ, ਜਿਹਦਾ ਸਾਹਮਣਾ ਫਿਲਿਸਤੀਨ ਦੇ ਲੋਕ ਨਹੀਂ ਕਰ ਸਕਦੇ, ਅਤੇ ਨਾ ਹੀ ਗਾਜ਼ਾ ਪੱਟੀ ਦੇ ਜਿਹੜਾ ਹਮਾਸ ਅੱਤਵਾਦੀ ਸੰਗਠਨ ਜਿਹਨੂੰ ਇਹ ਕਹਿ ਦਿੰਦੇ ਆ, ਉਹ ਵੀ ਉਹਨਾਂ ਦਾ ਜੇ ਸਿੱਧੇ ਤੌਰ 'ਤੇ ਲਾਈਏ ਤਾਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ। ਇਜ਼ਰਾਈਲ ਇੱਕ ਬਹਾਨਾ ਭਾਲਦਾ ਆ ਹਰ ਵਾਰੀ ਕਿ ਉਹਨਾਂ ਦੇ ਕੋਈ ਨਾ ਕੋਈ ਉਹ ਹਮਲਾ ਕਰਨ, ਅਤੇ ਅੱਗੇ ਹਮਲਾ ਕਰਕੇ ਥੋੜ੍ਹਾ ਕਬਜ਼ਾ ਹੋਰ ਕਰਦੇ ਜਾਣ, ਜਿੱਦਾਂ ਕਿ ਹੁਣ ਸ਼ਾਹਜਰਾ ਜਿਹੜੀ ਉਹ ਜ਼ਮੀਨ ਹੈ ਉੱਤੇ ਕਰਨਾ ਚਾਹੁੰਦੇ ਆ। ਹਾਲਾਂਕਿ ਇਹਨਾਂ ਕੋਲ ਸਬੂਤ ਹੈ, ਇਹਨਾਂ ਕੋਲ ਕਾਗਜ਼ ਆ, ਸਾਰਾ ਕੁਛ ਆ ਕਿ 150 ਸਾਲ ਪਹਿਲਾਂ ਜਾਂ 140-150 ਸਾਲ ਪਹਿਲਾਂ ਅਸੀਂ ਇਹ ਜ਼ਮੀਨ ਖਰੀਦੀ ਸੀਗੀ, ਇਹ ਸਾਡੀ ਆ।
ਪਰ ਚਲੋ ਇੱਦਾਂ ਦੇ ਬਹੁਤ ਕੁਛ ਹਰੇਕ ਦਾ ਇੱਕ ਦੂਜੇ ਦਾ, ਜੇ ਜਿੱਦਾਂ ਕਿਉਂਕਿ ਪਹਿਲਾਂ ਤੁਹਾਨੂੰ ਮੈਂ ਦੱਸਿਆ ਕਿ ਇਹ ਬਹੁਤ ਵੱਡਾ ਸੀਗਾ ਫਿਲਿਸਤੀਨ, ਇੱਦਾਂ ਤੇ ਜਿਹੜੀ ਬਾਕੀ ਜ਼ਮੀਨ ਆ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਆ, ਉਹ ਵੀ ਕਾਗਜ਼ਾਂ ਦੇ ਵਿੱਚ ਤਾਂ ਫਿਰ ਫਿਲਿਸਤੀਨ ਦੇ ਨਾਂ 'ਤੇ ਹੀ ਬੋਲਦੀ ਹੋਊਗੀ। ਇੱਦਾਂ ਦੇ ਕਰ ਨਹੀਂ ਸਕਦੇ ਕਿ ਜਿਹੜੀ ਸ਼ਾਹਜਰਾ ਹੈ, ਜੇ ਉਹ ਜ਼ਮੀਨ ਤੁਹਾਡੀ, ਉਹਦੇ ਕਾਗਜ਼ ਤੁਹਾਡੇ ਕੋਲ ਹੈ, ਤਾਂ ਬਾਕੀ ਜਿਹਦੇ ਪੁਰਾਣੇ ਫਿਲਿਸਤੀਨੀਆਂ ਦੇ ਕੋਲ ਹੀ ਤੇ ਇਹ ਛੱਡ ਦੇਣ ਉਹ ਜ਼ਮੀਨ ਨੂੰ। ਜਾਂ ਯਾਨੀ ਕਿ ਚੀਜ਼ ਦੇ ਜੇ ਵਿੱਚ ਵੜਦੇ ਜਾਈਏ ਤਾਂ ਬਹੁਤ ਗਾਂਹ ਦੀ ਗਾਂਹ ਬਹੁਤ ਕੰਮ ਚੱਲਦਾ ਰਹਿੰਦਾ। ਪਰ ਸਭ ਤੋਂ ਵੱਧ ਜੋ ਨੁਕਸਾਨ ਹੋ ਰਿਹਾ ਵਾ ਉਹ ਹੋ ਰਿਹਾ ਇਸ ਟਾਈਮ ਆਮ ਲੋਕਾਂ ਦਾ, ਅਤੇ ਜ਼ਿਆਦਾਤਰ ਫਿਲਿਸਤੀਨੀ ਲੋਕਾਂ ਦਾ। ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਉਹ ਗਾਜ਼ਾ ਪੱਟੀ ਤੋਂ ਹਮਾਸ ਜੇ ਹਮਲਾ ਕਰਦੀ ਆ ਤਾਂ ਇਹਨਾਂ ਦੇ ਕੋਲ ਜਿਹੜਾ ਆਪਣਾ ਡਿਫੈਂਸ ਕਰਨ ਵਾਸਤੇ, ਉਹ ਚੀਜ਼ ਨੂੰ ਰੋਕਣ ਵਾਸਤੇ ਜਿਹੜਾ ਹੈ ਬਹੁਤ ਤਕੜਾ ਸਿਸਟਮ ਆ। ਪਰ ਜਦੋਂ ਇਹ ਉਹਨਾਂ 'ਤੇ ਹਮਲਾ ਕਰਦੇ ਆ ਤਾਂ ਉਹਨਾਂ ਕੋਲ ਕੋਈ ਇੱਦਾਂ ਦਾ ਸਿਸਟਮ ਹੈ ਨਹੀਂ ਗਾ। 1-2 ਦਿਨ ਪਹਿਲਾਂ ਇਹਨਾਂ ਨੇ ਜਿਹੜਾ ਹਮਾਸ ਦਾ ਗਾਜ਼ਾ ਪੱਟੀ ਦੇ ਵਿੱਚ ਜਿਹੜਾ ਦਫ਼ਤਰ ਆ ਉਹਦੇ 'ਤੇ ਹਮਲਾ ਕੀਤਾ ਸੀ। ਬਹੁਤ ਵੱਡੀ ਬਿਲਡਿੰਗ ਤੁਸੀਂ ਡਿੱਗਦੀ ਦੇਖੀ ਹੋਣੀ ਆ ਵੀਡੀਓਜ਼ ਦੇ ਵਿੱਚ। ਉਹਦੇ 'ਤੇ ਹਮਲਾ ਕੀਤਾ ਸੀਗਾ ਅਤੇ ਉਹਦੇ ਨਾਲ ਕਈ ਜੋ ਘਰ ਸੀਗੇ ਜਿੱਥੇ ਆਮ ਲੋਕ ਕਈ ਰਹਿ ਰਹੇ ਸੀਗੇ, ਉਹਨਾਂ ਦੀ ਵੀ ਮੌਤ ਹੋ ਗਈ ਉਹਦੇ ਵਿੱਚ। ਉਹ ਤਾਂ ਚਲੋ ਹੈ ਹੀ ਆ ਕਿ ਜੇ ਤੁਸੀਂ ਇਹਦੇ ਵਿੱਚ ਆਪਾਂ ਹਮਾਸ ਨੂੰ ਕੋਈ ਸਹੀ ਨਹੀਂ ਠਹਿਰਾਉਂਦੇ, ਕਿਉਂਕਿ ਉਹ ਵੀ ਜਦੋਂ ਕਰਦੇ ਆ ਅਤੇ ਉਹ ਵੀ ਤਾਂ ਉਹਨਾਂ ਦੇ ਇਜ਼ਰਾਈਲ ਦੇ ਆਮ ਜੋ ਸ਼ਹਿਰ ਆ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ 'ਤੇ ਹਮਲਾ ਕਰਦੇ ਆ, ਅਤੇ ਉੱਥੇ ਵੀ ਜੇ ਲੋਕ ਮਰੇ ਤਾਂ ਵੀ ਇਜ਼ਰਾਈਲ ਦੇ ਆਮ ਲੋਕ ਹੀ ਹੋਣੇ ਆ। ਕਿਉਂਕਿ ਸਾਰਾ ਜਿਹੜਾ ਇਜ਼ਰਾਈਲ ਆ ਉਹ ਵੀ ਆਪਣੀ ਗੌਰਮੈਂਟ ਨੂੰ ਇਸ ਕਰਕੇ ਉਹ ਵੀ ਨਹੀਂ ਗਾ ਸਪੋਰਟ ਕਰਦਾ ਕਿ ਤੁਸੀਂ ਇਹਨਾਂ 'ਤੇ ਹਮਲਾ ਕਰੋ। ਸਾਰੇ ਇਜ਼ਰਾਈਲੀ ਨਹੀਂ ਕਰਦੇ, ਸਾਰੇ ਜਿਊਸ਼ ਨਹੀਂ ਕਰਦੇ, ਯਹੂਦੀ ਸਾਰੇ ਇਸ ਚੀਜ਼ ਦੇ ਹੱਕ ਵਿੱਚ ਨਹੀਂ ਆ। ਅਤੇ ਉੱਦਾਂ ਹੀ ਜਿਹੜੇ ਫਿਲਿਸਤੀਨੀ ਆ ਉਹ ਵੀ ਸਾਰੇ ਇਸ ਹੱਕ ਦੇ ਵਿੱਚ ਨਹੀਂ ਆ ਕਿ ਜਿੱਦਾਂ ਹਮਾਸ ਉਹਨਾਂ 'ਤੇ ਹਮਲਾ ਕਰਕੇ ਆਮ ਲੋਕਾਂ ਨੂੰ ਮਾਰੇ। ਆਮ ਲੋਕ ਤਾਂ ਇਹੀ ਚਾਹੁੰਦੇ ਆ ਕਿ ਇਹ ਮਸਲਾ ਜਿਹੜਾ ਹੈ ਸ਼ਾਂਤੀ ਨਾਲ ਹੱਲ ਹੋ ਜਾਵੇ, ਤਾਂ ਫਿਲਿਸਤੀਨ ਨੂੰ ਉਹਦੀ ਥੋੜ੍ਹੀ ਬਹੁਤੀ ਜਿਹੜੀ ਧਰਤੀ ਸੀਗੀ ਪਿਛਲੀ ਗਵਾਚੀ ਉਹ ਮਿਲ ਜਾਵੇ। ਪਰ ਆਮ ਲੋਕਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਗਾਜ਼ਾ ਪੱਟੀ ਦੇ ਵਿੱਚ ਹਮਾਸ ਦੀ ਬਿਲਡਿੰਗ ਜਿਹੜੀ ਸੁੱਟੀ ਸੀਗੀ ਉਹਦੇ ਨਾਲ ਕਈ ਘਰ ਸੀਗੇ ਜਿਹੜੇ ਤਬਾਹ ਹੋ ਗਏ। ਸੋ ਇਹੀ ਮੇਨ ਮੁੱਦਾ ਆ। ਬਾਕੀ ਇਜ਼ਰਾਈਲ ਦੇ ਵਿੱਚ ਸਾਰੇ ਜਿੱਦਾਂ ਆਪਾਂ ਸੁਣਦੇ ਵੀ ਯਹੂਦੀਆਂ ਦਾ ਦੇਸ਼ ਆ, ਯਹੂਦੀਆਂ ਦਾ ਦੇਸ਼ ਜ਼ਰੂਰ ਆ, ਪਰ ਉਹਦੀ ਆਬਾਦੀ 1 ਕਰੋੜ ਕਿਤੇ ਲਗਭਗ ਆ, ਜਿਹਦੇ ਵਿੱਚ 15-16% ਯਾਨੀ ਕਿ 15-16 ਲੱਖ ਮੁਸਲਮਾਨ ਵੀ ਰਹਿੰਦੇ ਆ। ਇਸ ਟਾਈਮ UN ਦਾ ਵੀ ਦਬਾਅ ਆ ਇਜ਼ਰਾਈਲ 'ਤੇ, ਦਬਾਅ ਆ ਜਾਂ ਦਿਖਾਵਾ ਆ, ਪਤਾ ਨਹੀਂ ਕੀ ਆ। ਭਾਰਤ ਵੀ ਜਿੱਦਾਂ ਅੱਗੇ ਇਜ਼ਰਾਈਲ ਦਾ ਜਿੱਦਾਂ ਦੱਸਦਾ ਹੁੰਦਾ ਕਿ ਬਹੁਤ ਪੱਕਾ ਦੋਸਤ ਆ, ਉਸ ਤਰੀਕੇ ਨਾਲ ਇਸ ਵਾਰ ਇਹਨਾਂ ਹਮਲਿਆਂ ਦੇ ਵਿੱਚ ਇਜ਼ਰਾਈਲ ਦੀ ਉਹਨਾਂ ਨੇ ਸਪੋਰਟ ਨਹੀਂ ਕੀਤੀ, ਜਿਹਦੀ ਵਜ੍ਹਾ ਦੇ ਨਾਲ ਇਜ਼ਰਾਈਲ ਦੇ ਤੋਂ ਅੱਜ ਜੋ ਟਵੀਟ ਜਾਰੀ ਹੋਇਆ ਸੀਗਾ ਕਿਹੜੇ ਦੇਸ਼ਾਂ ਨੇ ਉਹਨਾਂ ਦੀ ਸਪੋਰਟ ਕੀਤੀ ਅਤੇ ਉਹਨਾਂ ਦਾ ਥੈਂਕਸ ਕੀਤਾ ਸੀਗਾ, ਉਹਦੇ ਵਿੱਚ ਸਾਰੇ ਉਹਨਾਂ ਨੇ ਜਿੱਦਾਂ ਨਾ ਮੈਪ ਲਾਏ ਸੀ, ਉਹਦੇ ਵਿੱਚ ਭਾਰਤ ਦਾ ਨਕਸ਼ਾ ਨਹੀਂ ਸੀ ਹੈਗਾ। ਬਾਕੀ ਗੱਲ ਇਹ ਆ, ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਅਰਬ ਕੰਟਰੀਆਂ ਦੇ ਨਾਲ, ਅਰਬ ਦੇਸ਼ਾਂ ਦੇ ਨਾਲ ਵੀ ਬੜੇ ਚੰਗੇ ਸੰਬੰਧ ਆ। ਜੇ ਉਹ ਸਿੱਧੇ ਤੌਰ 'ਤੇ ਇਜ਼ਰਾਈਲ ਦਾ ਸਾਥ ਦਿੰਦਾ ਆ ਤਾਂ ਇਹਨਾਂ ਨਾਲੋਂ ਉਹਨੂੰ ਪਤਾ ਹੈ ਕਿ ਮੇਰੇ ਸੰਬੰਧ ਵਿਗੜਦੇ ਰਹਿਣਗੇ, ਕਿਉਂਕਿ ਆਪਾਂ ਨੂੰ ਪਤਾ ਹੈ ਸਭ ਤੋਂ ਜਿਹੜੀ ਵੱਡੀ ਗੱਲ ਅਰਬ ਦੇਸ਼ਾਂ ਤੋਂ ਆਪਾਂ ਨੂੰ, ਕਿਉਂਕਿ ਅਰਬ ਦੇਸ਼ ਆਪਣੇ ਸਭ ਤੋਂ ਲਾਗੇ ਪੈਂਦੇ ਆ, ਖਾੜੀ ਦੇਸ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਅਤੇ ਉੱਥੋਂ ਆਪਾਂ ਤੇਲ ਮੰਗਵਾਈਦਾ ਹੈ, ਭਾਰਤ ਤੇਲ ਮੰਗਵਾਉਂਦਾ ਹੈ। ਭਾਰਤ ਨੂੰ ਵੀ ਡਰ ਆ ਕਿ ਜੇ ਸਿੱਧੇ ਤੌਰ 'ਤੇ ਇਜ਼ਰਾਈਲ ਦਾ ਸਾਥ ਦਿੱਤਾ ਤਾਂ ਇਹ ਜਿਹੜੀ ਦੇਸ਼ ਆ ਉਹਦੇ ਵਿਰੁੱਧ ਹੋ ਜਾਣਗੇ। ਬਾਕੀ ਰਹੀ ਗੱਲ ਇੰਗਲੈਂਡ ਦੀ ਅਤੇ ਆਸਟ੍ਰੇਲੀਆ ਦੀ, ਇਹ ਵੀ ਹਮਾਸ ਨੂੰ ਅੱਤਵਾਦੀ ਸੰਗਠਨ ਨਹੀਂ ਮੰਨਦੇ। ਬਾਕੀ ਜਿਹੜੇ ਅਰਬ ਦੇਸ਼ ਆ ਉਹ ਤਾਂ ਚਲੋ ਉਹਨਾਂ ਨੇ ਤਾਂ ਮੰਨਣਾ ਹੀ ਕੀ ਆ, ਉਹਨਾਂ ਦੀ ਤਾਂ ਆਪਾਂ ਗੱਲ ਸਾਈਡ 'ਤੇ ਰੱਖ ਦਿੰਦੇ ਹਾਂ, ਕਿਉਂਕਿ ਜਿੱਦਾਂ ਈਰਾਨ ਵਗੈਰਾ ਵਾ, ਇਹ ਤਾਂ ਇਜ਼ਰਾਈਲ ਦੇ ਬੜੇ ਕੱਟੜ ਦੁਸ਼ਮਣ ਆ, ਅਤੇ ਦੁਸ਼ਮਣ ਤੋਂ ਦੁਸ਼ਮਣ ਦੋਸਤ, ਇਹ ਗੱਲ ਆਪਾਂ ਸੁਣੀ ਆ, ਤਾਂ ਕਰਕੇ ਉਹ ਵੀ ਉਹਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ। ਬਾਕੀ ਜੇ ਪਾਕਿਸਤਾਨ ਦੀ ਗੱਲ ਕਰੀਏ, ਭਾਰਤ ਦੇ ਗਵਾਂਢੀ ਦੇਸ਼ ਦੀ, ਉਹ ਤਾਂ ਹੋਰ ਤਾਂ ਗੱਲਾਂ ਦੀਆਂ ਗੱਲਾਂ ਛੱਡੋ, ਉਹ ਤਾਂ ਇਜ਼ਰਾਈਲ ਨੂੰ ਹੀ ਦੇਸ਼ ਨਹੀਂ ਮੰਨਦਾ, ਉਹ ਤਾਂ ਇਜ਼ਰਾਈਲ ਨੂੰ ਹੀ ਦੇਸ਼ ਨਹੀਂ ਮੰਨਦਾ। ਤਾਂ ਕਰਕੇ ਪੂਰੀ ਦੁਨੀਆ ਜਿਹੜੀ ਆ 2 ਭਾਗਾਂ ਦੇ ਵਿੱਚ ਵੰਡੀ ਪਈ ਆ।
ਆਪਾਂ ਕਹਿੰਦੇ ਹਾਂ ਜਿੱਦਾਂ ਕਈ ਥਾਵਾਂ ਤੋਂ ਖਬਰਾਂ ਸੁਣੀ ਦੀਆਂ ਕਿ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਹੋ ਰਹੀ ਲੱਗਦੀ ਆ, ਪਰ ਅਸਲ ਦੇ ਵਿੱਚ ਜੇ ਆਪਾਂ ਇਹ ਖਬਰ ਦੀ ਡੂੰਘਾਈ 'ਚ ਜਾਈਏ ਤਾਂ ਇਹ ਉੱਥੇ ਕੰਮ ਹੁੰਦੇ ਹੀ ਰਹਿੰਦੇ, ਇੱਦਾਂ ਦੇ ਹਮਲੇ ਹੁੰਦੇ ਹੀ ਰਹਿੰਦੇ ਆ। ਹਾਂ, ਕੁਝ ਕੁ ਚਿਰ ਬਾਅਦ ਕਿਤੇ 2-4 ਸਾਲਾਂ ਬਾਅਦ ਇੱਦਾਂ ਦਾ ਕੋਈ ਵੱਡਾ ਹਮਲਾ ਹੋ ਜਾਂਦਾ ਆ, ਪਰ ਸਾਰੇ ਦੇਸ਼ ਹੀ ਬਹੁਤ ਸਿਆਣੇ ਆ। ਕੋਈ ਬਿਲਕੁਲ ਖੁੱਲ੍ਹ ਕੇ ਇੱਕ ਦੂਜੇ ਦੇਸ਼ ਦੇ ਹੱਕ ਵਿੱਚ ਨਹੀਂ ਆਉਂਦੇ, ਕਿਉਂਕਿ ਸਾਰਿਆਂ ਨੂੰ ਪਤਾ ਹਰੇਕ ਨੇ ਆਪਣਾ ਆਪਣਾ ਹਿਸਾਬ ਕਿਤਾਬ ਵੇਖਣਾ ਆ। ਹੁਣ ਅਮਰੀਕਾ ਵਰਗੇ ਜਾਂ ਰੂਸ ਵਰਗੇ, ਇਰਾਨ ਵਰਗੇ ਦੇਸ਼ ਆ, ਇਹਨਾਂ ਨੇ ਆਪਣਾ ਸਮਾਨ ਵੇਚਣਾ, ਸਮਾਨ ਯਾਨੀ ਕਿ ਇਹਨਾਂ ਨੇ ਆਪਣੇ ਹਥਿਆਰ ਵੇਚਣੇ ਆ। ਇਰਾਨ ਗਾਜ਼ਾ ਪੱਟੀ ਨੂੰ ਦੇਈ ਜਾਂਦਾ, ਹਮਾਸ ਨੂੰ ਆਪਣੇ ਹਥਿਆਰ ਵੇਚੀ ਜਾਂਦਾ ਆ। ਤਾਂ ਅਮਰੀਕਾ ਤੁਹਾਨੂੰ ਪਤਾ ਹੀ ਉਹਨਾਂ ਦਾ ਪੂਰੇ ਵਿਸ਼ਵ ਦੇ ਵਿੱਚ ਵਪਾਰ ਚੱਲਦਾ ਹਥਿਆਰਾਂ ਦਾ। ਜੇ ਲੜਾਈਆਂ ਰੁਕ ਜਾਣਗੀਆਂ ਤਾਂ ਇਹਨਾਂ ਦੇਸ਼ਾਂ ਦੇ ਵਪਾਰ ਕਿੱਦਾਂ ਚੱਲਣਗੇ। ਪਰ ਜਿਹੜੀ ਸਭ ਤੋਂ ਦੁੱਖ ਵਾਲੀ ਗੱਲ ਹੈ ਸਾਰਿਆਂ ਦੇ ਵਿੱਚ ਉਹ ਇਹ ਆ ਕਿ ਆਮ ਲੋਕਾਂ ਦਾ ਫਿਲਸਤੀਨ ਅਤੇ ਇਜ਼ਰਾਈਲ ਦੀ ਲੜਾਈ ਦੇ ਵਿੱਚ ਨੁਕਸਾਨ ਹੋ ਰਿਹਾ, ਬਹੁਤ ਜਾਨਾਂ ਜਾ ਰਹੀਆਂ ਵਾ। ਤਾਂ ਕਰਕੇ ਮਸਲਾ ਜੇ ਹੱਲ ਹੋ ਜਾਵੇ ਕਿਸੇ ਵੀ ਤਰੀਕੇ, ਤਾਂ ਆਪਾਂ ਤਾਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਸਲਾ ਹੱਲ ਹੋ ਜਾਵੇ ਅਤੇ ਆਮ ਲੋਕਾਂ ਦੀਆਂ ਜਾਨਾਂ ਨਾ ਜਾਣ। ਬਸ ਆਹੀ ਸਾਰਾ ਮਸਲਾ ਹੈ ਜੀ ਜੋ ਤੁਹਾਨੂੰ ਆਪਾਂ ਦੱਸਤਾ। ਉੱਦਾਂ ਜੇ ਕੱਲੀ ਗੱਲ ਦਾ ਜੇ ਆਪਾਂ ਲੱਗਾਂਗੇ ਦੱਸਣ ਤਾਂ ਵੀਡੀਓ ਤਾਂ ਮੈਨੂੰ ਲੱਗਦਾ ਘੱਟ ਤੋਂ ਘੱਟ 1.5-2 ਘੰਟੇ ਦੀ ਹੋ ਜਾਊਗੀ। ਸੋ ਥੋੜ੍ਹਾ ਬਹੁਤਾ ਆਪ ਪੜ੍ਹਿਆ ਕਰੋ, ਗੂਗਲ ਵਗੈਰਾ 'ਤੇ ਸਰਚ ਮਾਰਿਆ ਕਰੋ ਵੀ ਕੀ ਹੋਇਆ ਸੀ ਕਿੱਦਾਂ, ਕਿਉਂਕਿ ਜਿੱਦਾਂ ਆਪਾਂ ਨਿਊਜ਼ ਚੈਨਲ ਆਪਣੇ ਦੇਖਦੇ ਹਾਂ ਨਾ, ਉਹ ਹਰੇਕ ਦੇਸ਼ ਇਸ ਹਿਸਾਬ ਨਾਲ ਨਿਊਜ਼ ਚਲਾਉਂਦਾ ਆ ਜਿੱਦਾਂ ਦੇ ਉਹਦੇ ਜਿਹੜੇ ਦੇਸ਼ ਦੇ ਨਾਲ ਸੰਬੰਧ ਆ। ਤਾਂ ਕਰਕੇ ਚੀਜ਼ਾਂ ਪਤਾ ਕਰਨ ਵਾਸਤੇ ਥੋੜ੍ਹੀ ਆਪ ਹੀ ਸਰਚ ਕਰਨੀ ਪੈਂਦੀ ਹੈ। ਸੋ ਉਮੀਦ ਕਰਦਾ ਤੁਹਾਨੂੰ ਕਾਫੀ ਕੁਛ ਕਲੀਅਰ ਹੋ ਗਿਆ ਹੋਊਗਾ, ਕਿਉਂਕਿ ਵੀਡੀਓ ਤਾਂ ਹੋਰ ਵੀ ਬਥੇਰੀਆਂ ਪਈਆਂ ਨੇ ਇੰਟਰਨੈਟ 'ਤੇ। ਫਿਰ ਮੈਂ ਕਿਹਾ ਚੱਲ ਇੱਕ ਪੰਜਾਬੀ ਦੇ ਵਿੱਚ ਵੀਡੀਓ ਜ਼ਰੂਰ ਬਣਾਈ ਜਾਵੇ ਜਿਹੜੀ ਸਾਡੇ ਲੋਕਾਂ ਨੂੰ ਵੀ ਸਾਰਾ ਕੁਝ ਸਮਝ ਆਵੇ ਇਸ ਚੀਜ਼ ਬਾਰੇ। ਅਤੇ ਉਮੀਦ ਕਰਦੇ ਹਾਂ ਕਿ ਹਾਲਾਤ ਛੇਤੀ ਸੁਧਰਨਗੇ ਅਤੇ ਆਮ ਲੋਕਾਂ ਦੀਆਂ ਜਾਨਾਂ ਬਚਣਗੀਆਂ, ਵੀ ਲੋਕ ਵਿਚਾਰੇ ਪੜ੍ਹਨਗੇ, ਲਿਖਣਗੇ, ਤਰੱਕੀਆਂ ਕਰਨਗੇ, ਚੰਗੀ ਜ਼ਿੰਦਗੀ ਜਿਉਣਗੇ। ਸੋ ਵੀਡੀਓ ਨੂੰ ਇੱਥੇ ਹੀ ਖ਼ਤਮ ਕਰਦੇ ਹਾਂ ਜੀ। ਧੰਨਵਾਦ ਤੁਹਾਡਾ।